सारी संगत की हजूरी च ते जथेदार सरदार रणजीत सिंह जी सिंह साहब असी तुहानूं जी आया कहने आ ते फतेह दी सांझ पाउने आ। वाहिगुरू जी का खालसा वाहिगुरू जी की फतेह। हमेशा इतिहास च कुछ शख्सियतां इहो जिहियां हुंदियां जिहड़ियां सानूं प्रेरणा ते सेध दिंदियां जां जिन्हां तो असीं प्रेरणा ते सेध लैंदे आ। कुछ शख्सियतां हुंदियां जिन्हां दी बुत प्रस्ती कीती जांदी आ, पर इतिहास की शख्सियत जिन्हों मान सन्मान दिता जाता है साडे दिलों च वसदी आ, वो हमेशा प्रेरणा ते सेध देऊगी सानू। ते सिंह साहब तो साडे नाल बैठे आ ते इहो जिहियां रूहां जदों साडे कोले होण जिन्हां तो प्रेरणा ते सेध मिलदी आ, असीं बड़ा माण महसूस करते हैं। तुसीं इत्थे आए हो, सानू हौसला अफजाई दित्ती आ, हल्लाशेरी दित्ती आ, सो बड़ा माण महसूस करते हैं। असीं तुहाडे तो बड़ा कुछ सिੱਖਣਾ सिੱਖਦੇ ਹਾਂ ਤੇ ਉਹਨਾਂ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰਾਂਗੇ। ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਸੀ ਜਿਹੜੀਆਂ ਮੈਂ ਸਮਝਦਾ ਬੜੀਆਂ ਜ਼ਰੂਰੀ ਆ। ਪੰਜਾਬ ਜਾਂ ਕਿਸਾਨੀ, ਸਾਰੇ ਸਾਡੇ ਕਿਸਾਨ ਤੇ ਮਜ਼ਦੂਰ ਇਹ ਸਿਰਫ ਆਰਡੀਨੈਂਸਸ ਦੀ ਲੜਾਈ ਨਹੀਂ ਲੜ ਰਹੇ। ਪੰਜਾਬ ਅੱਜ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਬਾਕੀ ਸੂਬਿਆਂ ਤੋਂ ਸਾਡੀ ਪੋਜੀਸ਼ਨ, ਸਾਡੀ ਸਥਿਤੀ ਥੋੜੀ ਜਿਹੀ ਵੱਖਰੀ ਆ। ਵੱਖਰੀ ਆਏ ਆ, ਸਾਡੇ ਤੋਂ ਸਾਡੀ ਧਰਤੀ ਖੋਹਣ ਦੀ ਸਾਜ਼ਿਸ਼ ਰਚੀ ਜਾ ਰਹੀ ਆ। ਹਾਲਾਂਕਿ ਇਹ ਸਾਜ਼ਿਸ਼ ਪਿਛਲੇ 40 50 60 ਜਾਂ 70 ਸਾਲਾਂ ਤੋਂ ਰਚੀ ਜਾ ਰਹੀ ਆ, ਪਰ ਹੁਣ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਆ ਗਈ ਆ। ਇੱਕ ਰੂਪ ਉਹਦਾ ਤੁਸੀਂ ਸਾਡੇ ਨਾਲ ਗੱਲਾਂ ਕਰਕੇ ਗਏ ਹੋ, ਸਾਨੂੰ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਆ। ਪ੍ਰਵਾਸ ਬਹੁਤ ਵੱਡਾ ਮਸਲਾ ਪੰਜਾਬ ਲਈ। ਪ੍ਰਵਾਸ ਕਿਉਂ ਹੋ ਰਿਹਾ, ਅਸੀਂ ਉਹਨਾਂ ਹਾਲਾਤਾਂ ਨਾਲ ਹਜੇ ਤੱਕ ਮੁਖਾਤਮ ਹੀ ਨਹੀਂ ਹੋਏ। ਸਾਡੀ ਕੋਈ ਯੂਨੀਵਰਸਿਟੀ, ਕਿਸੇ ਵਿਦਿਅਕ ਅਦਾਰੇ ਨੇ, ਕਿਸੇ ਬੁੱਧੀਜੀਵੀ ਨੇ ਇਸ 'ਤੇ ਗੱਲ ਹੀ ਨਹੀਂ ਕੀਤੀ। ਇੱਥੋਂ ਸਾਡੇ ਸਮਾਜ ਦਾ ਬੰਤਰ ਵੀ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਉਹ ਸਮਝ ਆ ਜਾਂਦੀ ਹੈ। ਸਾਡੇ ਪ੍ਰਵਾਸ ਲਗਾਤਾਰ ਸਾਨੂੰ ਸਾਡੀ ਧਰਤੀ ਨਾਲੋਂ ਤੋੜ ਰਿਹਾ, ਸਾਡੀਆਂ ਜੜ੍ਹਾਂ ਨਾਲੋਂ ਤੋੜ ਰਿਹਾ। ਉਸੇ ਤਰ੍ਹਾਂ ਸਰਕਾਰ ਜਾਂ ਸਰਕਾਰਾਂ ਦੀਆਂ ਸਮੇਂ ਤੋਂ ਸਰਕਾਰਾਂ ਦੀਆਂ ਨੀਤੀਆਂ ਨੇ ਸਾਨੂੰ ਸਾਡੀ ਧਰਤੀ ਨਾਲੋਂ ਤੇ ਸਾਡੇ ਫਲਸਫੇ ਨਾਲੋਂ ਤੋੜਿਆ। ਇਹ ਪ੍ਰਤੱਖ ਰੂਪ 'ਚ ਇਹਨਾਂ ਆਰਡੀਨੈਂਸਿਸ ਦੇ ਥਰੂ ਸਾਡੇ ਸਾਹਮਣੇ ਆ ਗਈ ਆ ਗੱਲ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਸਾਡੀਆਂ ਰੂਹਾਂ 'ਚ ਵਸਦਾ, ਜਿਵੇਂ ਮੈਂ ਹਮੇਸ਼ਾ ਸੰਗਤ ਨਾਲ ਇਹ ਗੱਲ ਸਾਂਝੀ ਕਰਦਾ ਹੁੰਦਾ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਪਾਂਧੇ ਦੀ ਫੱਟੀ ਤੇ ਏਕਮਕਾਰ ਵਾਹਤਾ ਸੀ, ਉਦਾਂ ਹੀ ਇੱਕ ਕੌਮ ਦੀ ਵਿਲੱਖਣਤਾ, ਸਾਡੀ ਕੌਮ ਦੀ ਖੁਦਮੁਖਤਿਆਰੀ ਤੇ ਸਾਡੀ ਕੌਮ ਦਾ ਸਟੇਟਹੁੱਡ ਡਿਸਾਈਡ ਕਰਤਾ ਸੀ। ਸਾਡੇ 'ਚ ਸੋਵਰਨਿਟੀ ਦੀ ਭਾਵਨਾ, ਆਜ਼ਾਦੀ ਦੀ ਭਾਵਨਾ ਉਦਾਂ ਹੀ ਦੇਤੀ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾ ਕਰਤਾ ਸੀ, ਉਦਾਂ ਹੀ ਅਸੀਂ ਸਿਸਟਮ ਨੂੰ ਜਾਂ ਮੰਨੀਆਂ ਹੋਈਆਂ ਧਾਰਨਾਵਾਂ ਨੂੰ ਜਿਹੜੀਆਂ ਸਾਡੇ ਮਨਾਂ 'ਤੇ ਮਾਨਸਿਕ ਤੌਰ 'ਤੇ ਸਾਡੇ ਉੱਤੇ ਗਲਬਾ ਪਾਉਂਦੀਆਂ ਸੀ, ਉਹਨਾਂ ਦਾ ਖੰਡਨ ਸ਼ੁਰੂ ਕਰਤਾ ਸੀ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਹੁਣ ਜਿਵੇਂ ਅਸੀਂ ਸਾਡੀ ਧਰਤੀ ਨਾਲ ਜੁੜੇ ਆ, ਅਸੀਂ ਤਾਂ ਦਰਜਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਮਾਂ ਦਾ ਦਰਜਾ ਦਿੰਦੇ ਆ ਸਾਡੀ ਧਰਤੀ ਨੂੰ। ਗੱਲ ਸਾਡੀ ਰੂਹਾਂ ਦੀ ਆ, ਸਾਡੀ ਰੂਹਾਂ 'ਚ ਵਸੀ ਆ ਸਾਡੀ ਧਰਤੀ। ਤੇ ਜੇ ਸਰਕਾਰ ਨੇ ਸਮੇਂ ਤੋਂ ਸਾਡੇ ਨਾਲ ਸਾਜ਼ਿਸ਼ਾਂ ਰਚੀਆਂ, ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ, ਸਾਡੇ ਇਤਿਹਾਸ 'ਤੇ ਹਮਲੇ ਕੀਤੇ, ਸਾਡੇ ਪਾਣੀਆਂ 'ਤੇ ਹਮਲੇ ਕੀਤੇ, ਸਾਡੀ ਮਾਂ ਬੋਲੀ 'ਤੇ ਹਮਲੇ ਕੀਤੇ, ਸਾਡੇ ਗ੍ਰੰਥਾਂ 'ਤੇ ਹਮਲੇ ਕੀਤੇ, ਜਾਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਅੱਜ ਅਸੀਂ ਇਹ ਕਹਿ ਸਕਦੇ ਹਾਂ ਵੀ ਉੱਥੇ ਵੀ ਹਮਲੇ ਕਰ ਰਹੇ ਆ। ਪਰ ਇੱਕ ਗੱਲ ਸਰਕਾਰ ਦੇ ਸਮਝ 'ਚ ਆ ਗਈ, ਸਾਡੇ 'ਤੇ ਨਸ਼ੇ ਵੀ ਦਿੱਤੇ, ਜਵਾਨੀ ਨੂੰ ਬੇਰੁਜ਼ਗਾਰੀ ਵੀ ਦਿੱਤੀ, ਪਰ ਇੱਕ ਗੱਲ ਪ੍ਰਤੱਖ ਰੂਪ 'ਚ ਸਰਕਾਰ ਨੇ ਵੀ ਸਮਝ ਲਈ ਵੀ ਇਹ ਆਪਦੀ ਧਰਤੀ ਨਾਲ ਜੁੜੇ ਆ, ਇਹਨਾਂ ਦਾ ਫਲਸਫਾ ਇਹਨਾਂ ਦੀ ਧਰਤੀ 'ਚ ਪਿਆ, ਇਹਨਾਂ ਨੂੰ ਇਹਦੀ ਧਰਤੀ ਨਾਲ ਜੋੜੋ। ਜਦੋਂ ਧਰਤੀ ਨਾਲੋਂ ਟੁੱਟ ਗਏ, ਇਹਨਾਂ ਦੀ ਵਿਲੱਖਣਤਾ, ਇਹਨਾਂ ਦੀ ਖੁਦਮੁਖਤਿਆਰੀ, ਇਹਨਾਂ 'ਚ ਆਜ਼ਾਦੀ ਦੀ, ਸੋਵਰਨਿਟੀ ਦੀ ਭਾਵਨਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਗਏ ਸੀ ਜਾਂ 10ਵੇਂ ਪਾਤਸ਼ਾਹ ਸਾਡੇ ਅੰਦਰ ਦੇ ਗਏ ਸੀ, ਉਹ ਟੁੱਟ ਜੂਗੀ ਤੇ ਸਾਨੂੰ ਸਾਡੀ ਧਰਤੀ ਨਾਲੋਂ ਤੋੜਿਆ ਜਾ ਰਿਹਾ ਅੱਜ। ਇਸ ਕਰਕੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਜੀ। ਪੰਜਾਬ ਦੇ ਇਸ ਲੜਾਈ ਵਿੱਚ ਜਦੋਂ
ਜੇ ਅਸੀਂ ਸਿਰਫ ਅੱਜ ਸਾਡੇ ਇੱਕ ਹੋਰ ਅਸੀਂ ਖਤਾ ਖਾ ਜਾਂਦੇ ਹਾਂ ਜਦੋਂ ਅਸੀਂ ਕਿਸੇ ਮੁਸੀਬਤ ਨਾਲ ਲੜਦੇ ਹਾਂ ਜਾਂ ਕੋਈ ਮਸਲਿਆਂ ਨਾਲ ਲੜਦੇ ਹਾਂ, ਅਸੀਂ ਹਮੇਸ਼ਾ ਮਸਲਿਆਂ ਨੂੰ ਹੀ ਮੁਖਾਤਬ ਹੁੰਦੇ ਹਾਂ, ਮਸਲਿਆਂ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਾਂ। ਪਰ ਮਸਲੇ ਕਿਸੇ ਹਾਲਾਤ ਚੋਂ ਪੈਦਾ ਹੁੰਦੇ ਆ, ਕਿਸੇ ਖਾਸ ਤਰ੍ਹਾਂ ਦੇ ਹਾਲਾਤ ਦੀ ਦੇਣ ਆ ਉਹ ਮਸਲੇ। ਅਸਲੀ ਉਹਨਾਂ ਹਾਲਾਤਾਂ ਨੂੰ ਕਦੇ ਮੁਖਾਤਮ ਹੀ ਨਹੀਂ ਹੁੰਦੇ, ਉਹਨਾਂ ਦੀ ਗੱਲ ਹੀ ਨਹੀਂ ਕਰਦੇ, ਉਹਨਾਂ ਨੂੰ ਸੰਬੋਧਨ ਹੀ ਨਹੀਂ ਕਰਦੇ। ਸੋ ਅੱਜ ਜਿਹੜੇ ਮਸਲਿਆਂ ਦੇ ਕਰਕੇ ਅਸੀਂ ਇੱਥੇ ਸਿਰ ਜੋੜ ਕੇ ਬੈਠੇ ਹਾਂ, ਜਾਂ ਜਿਨ੍ਹਾਂ ਮਸਲਿਆਂ ਦੇ ਖਿਲਾਫ ਐਡਾ ਵੱਡਾ ਉਭਾਰ ਪੰਜਾਬ 'ਚ ਹਰ ਵਰਗ ਦੀ ਸ਼ਮੂਲੀਅਤ ਨਾਲ ਪੈਦਾ ਹੋਇਆ, ਉਹਦੀ ਜੜ ਕਿੱਥੇ ਪਈ ਆ? ਉਹਦੀ ਜੜ ਉਹਨਾਂ ਹਾਲਾਤਾਂ 'ਚ ਪਈ ਆ ਜਿੱਥੋਂ ਇਹ ਆਰਡੀਨੈਂਸਿਸ ਪੈਦਾ ਹੋ ਰਹੇ ਆ, ਜਿੱਥੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੋ ਰਹੇ ਆ। ਸਾਨੂੰ ਉਹਨਾਂ ਮਸਲਿਆਂ ਨਾਲ ਨਜਿੱਠਣ ਨੂੰ ਮੈਨੂੰ ਲੱਗਦਾ ਵੀ ਅਸੀਂ ਪਾਰਟੀਬਾਜ਼ੀ ਵੀ, ਆਪਸੀ ਧੜੇਬੰਦੀ ਵੀ, ਹਉਮੈ ਵੀ, ਇਹ ਸਭ ਕੁਝ ਅੰਦਰੂਨੀ ਲੜਾਈ ਨਾਲ ਵੀ ਨਜਿੱਠੀ ਜਾਂਦੇ ਆ, ਤੇ ਬਾਹਰਲੀ ਇੱਕ ਬਹੁਤ ਵੱਡੀ ਹੁਕਮਰਾਨ ਧਿਰ ਨਾਲ ਵੀ ਨਜਿੱਠੀ ਜਾਂਦੇ ਆ, ਉਹਨਾਂ ਨਾਲ ਵੀ ਲੜਾਈ ਲੜੀ ਜਾਂਦੇ ਆ। ਸੋ ਸਭ ਤੋਂ ਵੱਡੀ ਜਿਹੜੀ ਖਤਾ ਖਾਣ ਵਾਲੀ ਜਾਂ ਅਸੀਂ ਹਮੇਸ਼ਾ ਖਾਂਦੇ ਰਹੇ ਆ, ਉਹ ਇਹ ਗੱਲ ਆ ਵੀ ਅਸੀਂ ਹਾਲਾਤਾਂ ਨਾਲ ਮੁਖਾਤਮ ਨਹੀਂ ਹੁੰਦੇ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਖੁਦਮੁਖਤਿਆਰੀ ਦੀ ਗੱਲ ਕੀਤੀ, ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਹ ਗੱਲ ਕੀਤੀ ਪੰਜਾਬ ਤੋਂ ਸਾਡੇ ਪਾਣੀਆਂ ਨੂੰ ਖੋਹਿਆ ਜਾ ਰਿਹਾ, ਜਾਂ ਸਾਡੀ ਵਿਲੱਖਣਤਾ ਦੀ ਗੱਲ ਕੀਤੀ, ਜਾਂ ਸੰਤਾਂ ਨੇ ਸੈਕੂਲਰਿਜ਼ਮ ਜਿਹੜਾ ਵੰਨ ਸਵੰਨਤਾ ਉਹਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ, ਤਾਂ ਸਾਡੇ ਤੇ ਹਮੇਸ਼ਾ ਹੀ ਵੱਖਵਾਦੀ, ਅੱਤਵਾਦੀ ਜਾਂ ਸਾਡੇ ਤੇ ਦੋਸ਼ ਲੱਗਦੇ ਰਹੇ ਵੀ ਇਹ ਤਾਂ ਖਾਲਿਸਤਾਨੀ ਆ। ਜੇ ਝਾਰਖੰਡ 'ਚ ਬੈਠਾ ਸ਼ਿਬੂ ਸੁਰੀਨ ਇਹ ਗੱਲ ਕਰਦਾ ਵੀ ਖੁਦਮੁਖਤਿਆਰੀ ਸਟੇਟ ਕੋਲੇ ਹੋਣੀ ਚਾਹੀਦੀ ਆ, ਝਾਰਖੰਡ ਦੇ ਜਿਹੜੇ ਨੈਚੁਰਲ ਰਿਸੋਰਸਿਸ ਆ, ਕੁਦਰਤੀ ਉਹਨਾਂ ਕੋਲੇ ਜਿਹੜੇ ਤੱਤ ਆ, ਉਹਨਾਂ ਨੂੰ ਸਰਕਾਰ ਨੂੰ ਨਹੀਂ ਖੋਣਾ ਚਾਹੀਦਾ, ਤੇ ਉਹ ਹੌਲੀ ਹੌਲੀ ਉੱਥੇ ਖੇਤਰੀ ਪਾਰਟੀ ਬਣਾ ਕੇ CM ਬਣ ਜਾਂਦਾ। ਅਸੀਂ ਕੀ ਗਲਤ ਗੱਲ ਕੀਤੀ ਆ? ਅਸੀਂ ਖੁਦਮੁਖਤਿਆਰੀ ਦੀ ਜੀ ਗੱਲ ਕਰਦੇ ਹਾਂ, ਅਸੀਂ ਉਹੀ ਗੱਲ ਕਰਦੇ ਹਾਂ ਜੋ ਅਮਰੀਕਨ ਕੌਨਸਟੀਟਿਊਸ਼ਨ 'ਚ ਵੀ ਕੀਤੀ ਗਈ ਆ, ਜੋ ਬ੍ਰਿਟਿਸ਼ ਕੌਨਸਟੀਟਿਊਸ਼ਨ 'ਚ ਵੀ ਕੀਤੀ ਗਈ ਆ, ਤੇ ਹਿੰਦੁਸਤਾਨ ਦੀ ਕੌਨਸਟੀਟਿਊਸ਼ਨ 'ਚ ਵੀ ਗੱਲ ਕੀਤੀ ਗਈ ਆ ਖੁਦਮੁਖਤਿਆਰੀ ਦੀ। ਹਿੰਦੁਸਤਾਨ 'ਚ ਗੱਲ ਕੀਤੀ, ਕੌਨਸਟੀਟਿਊਸ਼ਨ 'ਚ ਗੱਲ ਕੀਤੀ ਗਈ ਆ ਫੈਡਰਲਿਜ਼ਮ ਦੀ। ਹਿੰਦੁਸਤਾਨ ਦੀ ਕੌਨਸਟੀਟਿਊਸ਼ਨ ਗੱਲ ਕਰਦੀ ਆ ਸੈਕੂਲਰਿਜ਼ਮ ਦੀ, ਹਿੰਦੁਸਤਾਨ ਦਾ ਸੰਵਿਧਾਨ ਗੱਲ ਕਰਦਾ ਡੈਮੋਕ੍ਰੇਸੀ ਦੀ, ਤੇ ਅਸੀਂ ਤਾਂ ਉਸ ਸੰਵਿਧਾਨ ਨੂੰ ਪ੍ਰੋਟੈਕਟ ਕਰ ਰਹੇ ਹਾਂ। ਸਾਨੂੰ ਖਾਲਿਸਤਾਨੀ ਕਿਉਂ, ਸਾਨੂੰ ਵੱਖਵਾਦੀ ਕਿਉਂ? ਵੱਖਵਾਦੀ ਜਾਂ ਜਿਹੜੇ ਅੱਤਵਾਦੀ ਆ ਉਹ ਤਾਂ ਫਿਰ ਉੱਥੇ ਸੰਸਦ 'ਚ ਬੈਠੇ ਆ, ਜਿਹੜੇ ਕਾਨੂੰਨ ਬਣਾਈ ਜਾਂਦੇ ਆ, ਜਿਹੜੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ, ਮਜ਼ਦੂਰਾਂ ਦੀ ਗੱਲ ਨਹੀਂ ਸੁਣ ਰਹੇ। ਸੋ ਜਦੋਂ ਅਸੀਂ ਲੜਾਈ ਲੜਨੀ ਆ, ਅੱਜ ਸਾਡੀ ਇਹ ਕੌਮ ਦੀ ਲੜਾਈ ਆ, ਪੰਜਾਬ ਦੀ ਲੜਾਈ ਆ, ਪੰਜਾਬ 'ਚ ਰਹਿੰਦੀ ਹਰ ਉਸ ਰੂਹ ਦੀ ਲੜਾਈ ਆ ਜਿਹੜੀ ਪੰਜਾਬ ਦੀ ਹੋਂਦ ਖਾਤਰ ਲੜ ਰਹੀ ਆ, ਜਾਂ ਪੰਜਾਬ ਦੇ ਧਰਤੀ ਖਾਤਰ, ਸਾਡੇ ਲੋਕਾਂ ਖਾਤਰ ਆਪਦੇ ਦਿਲਾਂ ਅੰਦਰ, ਆਪਦੇ ਰੂਹਾਂ ਅੰਦਰ ਦਰਦ ਸਾਂਭੀ ਬੈਠੀ ਆ। ਸਾਡੀ ਲੜਾਈ ਇੱਕ ਗੱਲ, ਅਸੀਂ ਜਿਵੇਂ ਮਿਸਲ ਦੌਰ 'ਚ ਮਿਸਲਾਂ ਮਤਾਂ ਪਗਾ ਲੈਂਦੀਆਂ ਸੀ, ਆਪਸੀ ਮਤਭੇਦ, ਆਪਸੀ ਵਿਚਾਰਧਾਰਕ ਵਖਰੇਵੇਂ ਹੁੰਦੇ ਸੀ, ਪਰ ਮਤਾ ਇਹ ਪਗਾਇਆ ਜਾਂਦਾ ਸੀ ਵੀ ਹੁਣ ਬਾਹਰੀ ਹਮਲਾ ਹੋ ਗਿਆ, ਬਾਹਰੀ ਹਮਲਾ ਹੋ ਗਿਆ, ਦੁਸ਼ਮਣ ਸਾਡਾ ਸਾਨੂੰ ਪਤਾ ਕੌਣ ਆ। ਉਦੋਂ ਉਸ ਵੇਲੇ ਦੀ ਹੁਕਮਰਾਨ ਧਿਰ ਆ, ਸਾਡੀ ਲੜਾਈ ਇਕੱਠੇ ਹੋ ਕੇ ਉਸ ਹੁਕਮਰਾਨ ਧਿਰ ਦੇ ਖਿਲਾਫ ਆ। ਅਸੀਂ ਆਪਸੀ ਵਖਰੇਵੇਂ, ਆਪਸੀ ਵਿਚਾਰ ਜਿਹੜੇ ਉਹਨਾਂ 'ਚ ਸਾਡੀ ਕੋਈ ਵਿਚਾਰਧਾਰਕ ਕੋਈ ਮਤਭੇਦ ਆ, ਉਹ ਬਾਅਦ 'ਚ ਅਸੀਂ ਨਜਿੱਠ ਲਾਂਗੇ। ਹੁਣ ਲੜਾਈ ਹੁਕਮਰਾਨ ਦੇ ਖਿਲਾਫ ਲੜੀਏ। ਤਾਂ ਇਸੇ ਕਰਕੇ ਉਸ ਵੇਲੇ ਮਿਸਲ ਕਾਲ 'ਚ ਖਾਲਸੇ ਦੀ ਜਿੱਤ ਹੁੰਦੀ ਸੀ, ਕੌਮ ਦੀ ਜਿੱਤ ਹੁੰਦੀ ਸੀ। ਅੱਜ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ। ਅਸੀਂ ਆਪਸੀ ਵਖਰੇਵੇਂ ਬਾਅਦ 'ਚ ਨਜਿੱਠ ਲਾਂਗੇ। ਇੱਕ ਗੱਲ ਦੀ ਸਪਸ਼ਟਤਾ ਰੱਖਣੀ ਜ਼ਰੂਰੀ ਹੈ, ਇਸ ਵੇਲੇ ਹਿੰਦੁਸਤਾਨ ਦੀ ਹੁਕਮਰਾਨ, ਹਿੰਦੁਸਤਾਨ ਦੀ ਸਰਕਾਰ ਨਾਲ ਸਾਡੀ ਲੜਾਈ ਆ, ਜਿਹਨੇ ਭਾਰਤੀ ਕੌਮ ਸਿਰਜਣ ਦੀ ਜਿੱਦ ਫੜੀ ਬੈਠੇ ਆ। ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਆ ਗਈ ਹੈ ਇਹ ਗੱਲ। ਤੇ ਪੰਜਾਬ ਕਸ਼ਮੀਰ ਤੋਂ ਬਾਅਦ ਇੱਕ ਇਹੋ ਜਿਹਾ ਸੂਬਾ ਜਿਹੜਾ ਉਹਨਾਂ ਦੀ ਉਸ ਜਿੱਦ ਦੇ ਖਿਲਾਫ ਲੜਦਾ,
ਕਿ ਆਪਦੀ ਵਿਲੱਖਣਤਾ ਨੂੰ, ਆਪਦੀ ਵੰਨ ਸਵੰਨਤਾ ਨੂੰ ਅਸੀਂ ਪ੍ਰੋਟੈਕਟ ਕਰਦੇ ਹਾਂ, ਅਸੀਂ ਆਵਾਜ਼ ਵੀ ਬੁਲੰਦ ਕਰਦੇ ਹਾਂ, ਸਾਡੀਆਂ ਕਲਮਾਂ ਵੀ ਉਹਦੇ ਖਿਲਾਫ ਲਿਖਦੀਆਂ। ਇਸ ਕਰਕੇ ਸਾਡੀ ਹੋਂਦ ਦੀ ਲੜਾਈ ਆ। ਉਹ ਧਾਰੀ ਬੈਠੇ ਆ ਪੰਜਾਬ ਨੂੰ, ਇਹਨਾਂ ਦੀਆਂ ਜ਼ਮੀਨਾਂ ਨਾਲ, ਇਹਨਾਂ ਦੀ ਧਰਤੀ ਨਾਲ ਖੋਰ ਦਿਓ, ਇਹਨਾਂ ਦੀਆਂ ਰੂਹਾਂ ਨੂੰ ਖੋਰ ਦਿਓ। ਤੇ ਜੇ ਇੱਕ ਵਾਰੀ ਸਾਡੇ ਪੈਰ ਉਖੜ ਗਏ, ਮੁੜ ਕੇ ਸਾਡੇ ਕਿਤੇ ਪੈਰ ਨਹੀਂ ਲੱਗਣੇ। ਇਹ ਪੰਜਾਬ ਦੇ ਲੋਕਾਂ ਨੂੰ, ਇੱਥੇ ਰਹਿੰਦੇ ਹਰ ਵਰਗ ਨੂੰ ਸਮਝਣ ਦੀ ਜ਼ਰੂਰਤ ਆ। ਸੋ ਮੇਰੀ ਬੇਨਤੀ ਹੈ, ਇਸ ਮੰਚ ਦੇ ਥਰੂ ਮੇਰੀ ਬੇਨਤੀ ਆ ਸਾਡੀਆਂ ਪੰਜਾਬ ਦੀਆਂ ਸ਼ਖਸੀਅਤਾਂ ਨੂੰ, ਜਿਨ੍ਹਾਂ ਨੂੰ ਲੋਕ ਸੁਣਦੇ ਆ, ਜਿਨ੍ਹਾਂ ਤੋਂ ਪ੍ਰੇਰਨਾ ਤੇ ਸੇਧ ਲੈਂਦੇ ਆ, ਵੀ ਇਸ ਲੜਾਈ 'ਚ ਸਾਨੂੰ ਅਗਵਾਈ ਕਰਨ, ਉਹ ਸਾਡੇ ਅੱਗੇ ਲੱਗਣ। ਅਸੀਂ ਨਾਲ ਉਨਾ ਹੀ ਜਜ਼ਬੇ, ਉਨਾ ਜੋਸ਼ ਨਾਲ, ਉਨੀ ਦ੍ਰਿੜਤਾ ਨਾਲ, ਸਮਰਪਣ ਨਾਲ ਉਹਨਾਂ ਦੇ ਨਾਲ ਆ। ਸਾਨੂੰ ਤੁਹਾਡੀ ਅਗਵਾਈ ਵੀ ਚਾਹੀਦੀ ਆ, ਤੁਹਾਡੇ ਤੋਂ ਸਾਨੂੰ ਗਾਈਡੈਂਸ ਵੀ ਚਾਹੀਦੀ ਆ। ਤੁਹਾਡੇ ਕੋਲੇ ਤਜਰਬਾ ਬਹੁਤ ਆ, ਇਤਿਹਾਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਇਸ ਖਿੱਤੇ ਦੇ ਲੋਕਾਂ ਨੂੰ ਜਾਣਦੇ ਹੋ, ਉਹਨਾਂ ਦੇ ਵਿਵਹਾਰਿਕ ਜਾਂ ਉਹਨਾਂ ਦੀ ਮਾਨਸਿਕਤਾ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋ। ਤਾਂ ਹਰ ਸ਼ਖਸੀਅਤ ਨੂੰ ਜਿਹੜੀ ਪੰਜਾਬ 'ਚ ਬੜੀ ਦੇਣ ਆ, ਪੰਜਾਬ ਦੀ ਮਿੱਟੀ ਨੂੰ, ਉਸ ਸ਼ਖਸੀਅਤ ਦੀ, ਉਹਨਾਂ ਨੂੰ ਬੇਨਤੀ ਹੈ ਵੀ ਸਾਡੀ ਅਗਵਾਈ ਕਰਨ। ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਆ। ਬੜੀ ਵੱਡੀ ਸਰਕਾਰ ਨਾਲ, ਹੁਕਮਰਾਨ ਧਿਰ ਨਾਲ ਅਸੀਂ ਲੜ ਰਹੇ ਹਾਂ। ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰਾ ਪਿਆਰ ਸਤਿਕਾਰ ਸੰਗਤ ਨੂੰ। ਤੇ ਸਿੰਘ ਸਾਹਿਬ ਤੁਸੀਂ ਆਏ ਹੋ, ਸਾਨੂੰ ਬੜੀ ਹੌਸਲਾ ਤੇ ਹੱਲਾਸ਼ੇਰੀ ਦਿੱਤੀ ਆ। ਬਹੁਤ ਬਹੁਤ ਪਿਆਰ ਸਤਿਕਾਰ, ਤੇ ਹਮੇਸ਼ਾ ਹੀ ਤੁਹਾਡੇ ਤੋਂ ਅਸੀਂ ਸਿੱਖਦੇ ਰਵਾਂਗੇ। ਤੇ ਜੀ ਆਇਆਂ ਨੂੰ ਇੱਕ ਵਾਰੀ ਫੇਰ ਜੀ, ਸਤਿ ਸ਼੍ਰੀ ਅਕਾਲ।